आज़ादी का अमृत महोत्सव ਨੂੰ ਸਮਰਪਿਤ आज़ादी का सफर तहत ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਮਹਾਨ ਰਾਸ਼ਟਰਵਾਦੀ ਅਤੇ ਆਜ਼ਾਦੀ ਸੰਗਰਾਮ ਵਿੱਚ ਹਿੱਸਾ ਪਾਉਣ ਵਾਲੀਆਂ 3 ਬਹਾਦਰ ਮਹਿਲਾਵਾਂ ਬਾਰੇ ਜਾਣਕਾਰੀ ਦੇਵਾਂਗੇ ਜਿਨ੍ਹਾਂ ਬਸਤੀਵਾਦ ਵਿਰੁੱਧ ਅਹਿਮ ਲੜਾਈ ਲੜੀ। पेश है एक रिपोर्ट। ਅੱਜ ਅਸੀਂ ਗੱਲ ਕਰਾਂਗੇ ਉਹਨਾਂ 3 ਬਹਾਦਰ ਮਹਿਲਾਵਾਂ ਦੀ ਜਿਨ੍ਹਾਂ ਨੇ ਬਸਤੀਵਾਦ ਸ਼ਾਸਨ ਵਿਰੁੱਧ ਲੜਾਈ ਲੜੀ। ਇਹ ਵੀਰ ਨਾਰੀਆਂ ਸਨ ਤਾਮਿਲਨਾਡੂ ਦੀ ਵੇਲੂ ਨਚਿਆਰ, ਕੋਇਲੀ ਅਤੇ ਉੱਤਰ ਪ੍ਰਦੇਸ਼ ਦੀ ਸੁਭਦਰਾ ਕੁਮਾਰੀ ਚੌਹਾਨ। ਵੀਰ ਮੰਗਈ ਯਾਨੀ ਕਿ ਬਹਾਦਰ ਮਹਿਲਾ ਵੇਲੂ ਨਚਿਆਰ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਖਿਲਾਫ ਲੜਾਈ ਦਾ ਵਿਗੁਲ ਵਜਾਉਣ ਵਾਲੀ ਪਹਿਲੀ ਭਾਰਤੀ ਮਹਾਰਾਣੀ ਸੀ। ਉਹ 1780 ਤੋਂ 1790 ਤੱਕ ਤਾਮਿਲਨਾਡੂ ਵਿੱਚ ਸ਼ਿਵ ਗੰਗਾ ਦੀ ਮਹਾਰਾਣੀ ਰਹੀ। ਰਾਮਨਾਥਪੁਰਮ ਦੀ ਰਾਜਕੁਮਾਰੀ ਵੇਲੂ ਨਚਿਆਰ ਲੜਾਈ ਦੇ ਢੰਗ ਤਰੀਕਿਆਂ ਮੁਤਾਬਕ ਹਥਿਆਰਾਂ ਦੇ ਇਸਤੇਮਾਲ ਸਮੇਤ ਲੜਾਈ ਦੀਆਂ ਕਈ ਵੱਖ-ਵੱਖ ਵਿਧੀਆਂ ਅਤੇ ਵਲਰੀ, ਸਿਲੰਬਮ ਵਰਗੇ ਮਾਰਸ਼ਲ ਆਰਟ, ਘੋੜਸਵਾਰੀ ਅਤੇ ਤੀਰਅੰਦਾਜ਼ੀ ਵਿੱਚ ਸਿਖਲਾਈ ਪ੍ਰਾਪਤ ਸੀ। ਉਹ ਕਈ ਭਾਸ਼ਾਵਾਂ ਜਾਣਦੀ ਸੀ ਅਤੇ ਫ੍ਰੈਂਚ, ਅੰਗਰੇਜ਼ੀ ਅਤੇ ਉਰਦੂ ਵਰਗੀਆਂ ਭਾਸ਼ਾਵਾਂ ਦੀ ਮਾਹਰ ਸੀ। ਜਦੋਂ ਲੜਾਈ ਵਿੱਚ ਉਹਨਾਂ ਦੇ ਪਤੀ ਮੁੱਤੂ ਵੱਡੁਕ ਨਾਥ ਪੇਰੀਆ ਵੁੱਡੀਆ ਤੇਵਰ ਦੀ ਅੰਗਰੇਜ਼ ਫੌਜੀਆਂ ਨੇ ਹੱਤਿਆ ਕਰ ਦਿੱਤੀ ਤਾਂ ਵੇਲੂ ਨਚਿਆਰ ਲੜਾਈ ਦੇ ਮੈਦਾਨ ਵਿੱਚ ਉਤਰ ਗਈ। ਇਸ ਅਰਸੇ ਦੌਰਾਨ ਵੇਲੂ ਨਚਿਆਰ ਨੇ ਫੌਜ ਦਾ ਗਠਨ ਕੀਤਾ ਅਤੇ 1780 ਵਿੱਚ ਈਸਟ ਇੰਡੀਆ ਕੰਪਨੀ ਵਿਰੁੱਧ ਮੁਹਿੰਮ ਸ਼ੁਰੂ ਕਰਨ ਦੇ ਉਦੇਸ਼ ਨਾਲ ਹੈਦਰ ਅਲੀ ਨਾਲ ਗੱਠਜੋੜ ਕਰਨ ਦੇ ਯਤਨ ਕੀਤੇ। ਜਦੋਂ ਵੇਲੂ ਨੂੰ ਇਹ ਪਤਾ ਲੱਗਾ ਕਿ ਅੰਗਰੇਜ਼ ਆਪਣੇ ਹਥਿਆਰ ਕਿੱਥੇ ਰੱਖਦੇ ਨੇ ਤਾਂ ਉਹਨਾਂ ਨੇ ਉਸ ਥਾਂ ਤੇ ਆਤਮਘਾਤੀ ਹਮਲੇ ਦੀ ਯੋਜਨਾ ਬਣਾਈ ਅਤੇ ਹਥਿਆਰਾਂ ਦਾ ਸਾਰਾ ਗੋਦਾਮ ਸਾੜ ਦਿੱਤਾ। ਉਹਨਾਂ ਆਪਣੇ ਪਤੀ ਦੇ ਸੂਬੇ ਦਾ ਪੁਨਰਗਠਨ ਕੀਤਾ ਅਤੇ 10 ਤੋਂ ਵੱਧ ਸਾਲਾਂ ਤੱਕ ਉੱਥੇ ਸ਼ਾਸਨ ਕੀਤਾ। 25 ਦਸੰਬਰ 1796 ਨੂੰ ਵੇਲੂ ਨਚਿਆਰ ਦਾ ਦੇਹਾਂਤ ਹੋ ਗਿਆ। ਮਹਾਰਾਣੀ ਵੇਲੂ ਨਚਿਆਰ ਦੀ ਸੈਨਾਪਤੀ ਕੋਇਲੀ ਨੂੰ ਭਾਰਤ ਦੇ ਇਤਿਹਾਸ ਦੀ ਪਹਿਲੀ ਮਹਿਲਾ ਸ਼ਹੀਦ ਮੰਨਿਆ ਜਾਂਦਾ ਹੈ। ਕੋਇਲੀ ਦਾ ਜਨਮ 18ਵੀਂ ਸਦੀ ਵਿੱਚ ਸ਼ਿਵ ਗੰਗਾ ਜ਼ਿਲ੍ਹੇ ਵਿੱਚ ਹੋਇਆ ਸੀ। ਉਹ ਵੇਲੂ ਨਚਿਆਰ ਦੀ ਸਮਰਪਿਤ ਕਮਾਂਡਰ ਸੀ ਅਤੇ ਉਹਨਾਂ ਨੇ ਕਈ ਵਾਰ ਵੇਲੂ ਦੀ ਜਾਨ ਬਚਾਈ ਸੀ। ਕੋਇਲੀ ਦੀ ਵਫਾਦਾਰੀ ਅਤੇ ਬਹਾਦਰੀ ਨੂੰ ਦੇਖ ਕੇ ਉਸ ਨੂੰ ਫੌਜ ਦੀ ਮਹਿਲਾ ਇਕਾਈ ਦੀ ਕਮਾਂਡਰ ਇਨ ਚੀਫ ਬਣਾ ਦਿੱਤਾ ਗਿਆ। 1780 ਵਿੱਚ ਈਸਟ ਇੰਡੀਆ ਕੰਪਨੀ ਦੇ ਕਿਲੇ ਤੇ ਹਮਲਾ ਕਰਦੇ ਸਮੇਂ ਕੋਇਲੀ ਨੇ ਆਪਣੇ ਸਰੀਰ ਤੇ ਘਿਓ ਮਲ ਕੇ ਆਪਣੇ ਆਪ ਨੂੰ ਅੱਗ ਲਗਾ ਕੇ ਈਸਟ ਇੰਡੀਆ ਕੰਪਨੀ ਦੇ ਹਥਿਆਰਾਂ ਦੇ ਗੋਦਾਮ ਵਿੱਚ ਛਾਲ ਮਾਰ ਦਿੱਤੀ। ਇਸ ਤਰ੍ਹਾਂ ਉਹਨਾਂ ਨੇ ਵੇਲੂ ਨਚਿਆਰ ਦੀ ਜਿੱਤ ਨੂੰ ਯਕੀਨੀ ਬਣਾਇਆ। ਮੰਨੀ ਪ੍ਰਮੰਨੀ ਕਵੀ ਅਤੇ ਸੁਤੰਤਰਤਾ ਸੈਨਾਨੀ ਸੁਭਦਰਾ ਕੁਮਾਰੀ ਚੌਹਾਨ ਦਾ ਜਨਮ 16 ਅਗਸਤ 1904 ਨੂੰ ਇਲਾਹਾਬਾਦ ਜ਼ਿਲ੍ਹੇ ਦੇ ਨਿਹਾਲਪੁਰ ਵਿੱਚ ਹੋਇਆ ਸੀ। ਜਦੋਂ ਉਹਨਾਂ ਦੀ ਪਹਿਲੀ ਕਵਿਤਾ ਪ੍ਰਕਾਸ਼ਿਤ ਹੋਈ ਤਾਂ ਸੁਭਦਰਾ ਕੁਮਾਰੀ ਦੀ ਉਮਰ ਸਿਰਫ 9 ਸਾਲ ਸੀ। ਉਹ ਭਾਰਤ ਦੇ ਰਾਸ਼ਟਰੀ ਅੰਦੋਲਨ ਵਿੱਚ ਸ਼ਾਮਲ ਹੋ ਗਈ ਅਤੇ ਲੋਕਾਂ ਨੂੰ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਲ ਹੋਣ ਵਾਸਤੇ ਪ੍ਰੇਰਿਤ ਕਰਨ ਲਈ ਕਵਿਤਾਵਾਂ ਦਾ ਇਸਤੇਮਾਲ ਕੀਤਾ। ਉਹਨਾਂ ਨੂੰ ਬਹੁਤ ਚਰਚਿਤ ਦੇਸ਼ ਭਗਤੀ ਦੀ ਕਵਿਤਾ ਝਾਂਸੀ ਦੀ ਰਾਣੀ ਲਈ ਵੀ ਜਾਣਿਆ ਜਾਂਦਾ ਹੈ। वंशों ने भ्रिकुटी तानी थी, बूढ़े भारत में भी आई फिर से नई जवानी थी। गुमी हुई आजादी की कीमत सबने पहचानी थी, दूर फिरंगी को करने की सबने मन में ठानी थी। चमक उठी सन 57 में वो तलवार पुरानी थी, बुंदेले हर बोलों के मुंह हमने सुनी कहानी थी। खूब लड़ी मर्दानी वह तो झांसी वाली रानी थी। ਇਹ ਹਿੰਦੀ ਸਾਹਿਤ ਵਿੱਚ ਸਭ ਤੋਂ ਜ਼ਿਆਦਾ ਪੜ੍ਹੀਆਂ ਜਾਣ ਵਾਲੀਆਂ ਕਵਿਤਾਵਾਂ ਵਿੱਚ ਸ਼ਾਮਿਲ ਹੈ। ਆਪਣੀਆਂ ਕਵਿਤਾਵਾਂ ਅਤੇ ਕਹਾਣੀਆਂ ਰਾਹੀਂ ਉਹਨਾਂ ਨੇ ਔਰਤ ਮਰਦ ਵਿਤਕਰੇ ਜਾਤੀ ਪ੍ਰਥਾ ਵਿਰੁੱਧ ਆਵਾਜ਼ ਉਠਾਈ।
ਚੌਹਾਨ 1923 ਵਿੱਚ ਪਹਿਲੀ ਮਹਿਲਾ ਸੱਤਿਆਗ੍ਰਹੀ ਬਣੀ। ਉਹਨਾਂ ਨੂੰ 1924 ਤੋਂ 1942 ਵਿਚਾਲੇ ਸੁਤੰਤਰਤਾ ਦੀ ਲੜਾਈ ਵਿੱਚ 2 ਵਾਰ ਗ੍ਰਿਫਤਾਰ ਕੀਤਾ ਗਿਆ। 15 ਫਰਵਰੀ 1948 ਨੂੰ ਇੱਕ ਸੜਕ ਹਾਦਸੇ ਵਿੱਚ 44 ਵਰ੍ਹਿਆਂ ਦੀ ਉਮਰ ਵਿੱਚ ਸੁਭਦਰਾ ਕੁਮਾਰੀ ਦਾ ਦੇਹਾਂਤ ਹੋ ਗਿਆ। ਉਹਨਾਂ ਦੀਆਂ 88 ਕਵਿਤਾਵਾਂ ਅਤੇ 46 ਲਘੂ ਕਹਾਣੀਆਂ ਪ੍ਰਕਾਸ਼ਿਤ ਹੋਈਆਂ।